बिस्मिल्लाहिर्रहमानिर्रहीम अस्सलामुअलैकुम। फार्मिंग टिप्स में शाहिद अली अवान की जानिब से खुश आमदीद। नाजरीन, आज की वीडियो में भाई इनका तजर्बा 30 साल का है और इस वक्त 25 जानवर रखे हुए हैं। आपको बफलो फार्मिंग फिजिबिलिटी पर इंतहाई अहम हक़ाइक़ से आगाह करेंगे। तो चलें इनसे मिलते हैं और करते हैं बात। अस्सलाम वालेकुम। वालेकुम सलाम। भाईजान की हाल है तुहाडा? ठीक ठाक, शुक्र है अल्लाह दा। की नाम है मेरे भाई दा? बास गिल। अब्बास गिल साहब ਕਿਹੜਾ ਪਿੰਡ ਹੈ? ਮਿਆਣੀ। ਮਿਆਣੀ। ਹਾਂਜੀ ਸਰ, ਕਿੰਨੀ ਦੇਰ ਤੋਂ ਤੁਸੀਂ ਜਾਨਵਰਾਂ ਦਾ ਕੰਮ ਕਰ ਰਹੇ ਹੋ? 10-12 ਸਾਲ ਤੋਂ। 10-12 ਸਾਲਾਂ ਦਾ ਮੈਂ ਜਦੋਂ ਦਾ ਕੰਮ ਕਰਨ ਲੱਗਾ। ਠੀਕ ਹੋ ਗਿਆ। ਤੇ ਹੁਣ ਮਾਸ਼ਾਅੱਲਾ ਭਾਈ ਦੀ ਕੀ ਉਮਰ ਹੈ? 40 ਦੇ ਲੱਗੇ। ਯਾਨੀ ਤੁਹਾਨੂੰ ਲਗਭਗ 30 ਸਾਲ ਹੋ ਗਏ ਨੇ ਕੰਮ ਕਰਦੇ। ਬੜੀ ਗੱਲ ਹੈ ਜੀ ਮਾਸ਼ਾਅੱਲਾ। ਕਹਿੰਦਾ ਫਾਰਮਰ ਕਰੇ ਤੇ ਕੀ ਕਰੇ, ਆਖਰ ਕੰਮ ਤੇ ਕਰਨਾ ਹੈ। ਕਿਸ ਤਰ੍ਹਾਂ ਫਿਰ ਕਰੇ ਮਹਿੰਗਾਈ ਦੇ ਵਿੱਚ? ਮਹਿੰਗਾਈ ਇਹਦੀ ਇੱਕੋ ਹੀ ਇਹਦਾ ਹੱਲ ਹੈ, ਸਿਰਫ ਤੂੜੀ ਤੋਂ ਇਲਾਵਾ ਪੱਠਾ। ਤੂੜੀ ਵੀ ਮੁੱਲ ਦੀ ਪੈਂਦੀ ਹੈ ਜੀ, ਠੀਕ ਹੈ। ਪਰਾਲੀ ਪਾ ਕੇ ਮਾਲ ਦਾ ਰਹਿੰਦਾ ਕੁਝ ਨਹੀਂ, ਬਰਬਾਦੀ ਹੁੰਦੀ ਹੈ ਮਾਲ ਦੀ। ਠੀਕ ਹੈ, ਠੀਕ ਹੈ। ਤੂੜੀ ਕਮਾਦ ਇਹ ਪੱਠਾ ਮਿਲੇ ਮਾਲ ਨੂੰ, ਮਾਲ ਦਾ ਇੱਕ ਮਾਲ ਵੀ ਖੁਸ਼ਹਾਲ ਰਹਿੰਦਾ, ਮਾਲਕ ਵੀ ਖੁਸ਼ਹਾਲ, ਦੁੱਧ ਦੀ ਮਕਦਾਰ ਵਧਦੀ ਇਹਦੀ। ਸਹੀ ਹੈ, ਠੀਕ ਹੈ। ਤੇ ਇਹ ਪਾਊਡਰ ਵਾਲਾ ਕੰਮ ਕਦੋਂ ਦਾ ਮਾਰਕੀਟ 'ਚ ਆਇਆ? ਇਹ ਬੜੇ ਚਿਰ ਦਾ। ਤੇ ਕਿਆ ਕੋਈ ਇਹਦੇ ਖਿਲਾਫ ਐਕਸ਼ਨ ਨਹੀਂ ਲਿਆ ਗਿਆ? ਲੈਂਦੇ ਜੇ ਜਿਹੜੀ ਉਹ ਰੰਗੀਲੇ ਦੀ ਕੁੜੀ ਹੈ ਡਾਕਟਰ, ਇਹ ਫੜਦੀ ਹੈ ਫਿਰ ਵਾਮ ਉਹੀ ਕੰਮ ਕਰਦੀ। ਠੀਕ ਹੋ ਗਿਆ। ਤੇ ਰੇਟ ਤੁਹਾਡਾ ਦੁੱਧ ਦਾ ਨਹੀਂ ਵੱਧਦਾ ਪਿਆ? ਉਹੀ ਰੇਟ ਹੈ। ਅੱਛਾ, ਜ਼ਰਾ ਹੁਣ ਸਾਨੂੰ ਇਹ ਦੱਸਿਓ ਕਿ ਇਸ ਟਾਈਮ ਤੁਹਾਡੇ ਕੋਲ ਕਿੰਨੇ ਜਾਨਵਰ ਨੇ, ਮੱਝਾਂ ਤੇ ਗਾਵਾਂ ਦੋਏ ਪਾ ਕੇ? 5 ਗਾਈਆਂ ਨੇ ਤੇ 12 ਮੱਝਾਂ ਨੇ। ਗਾਈਆਂ ਕਿਹੜੀ ਨਸਲ ਦੀਆਂ ਨੇ? ਫਰੀਜ਼ੀਅਨ। ਫਰੀਜ਼ੀਅਨ। ਇਹ ਘਰ ਦੀਆਂ ਨੇ ਜਾਂ ਲਈਆਂ ਸਨ, ਆਪਣੀ ਆਪੀ ਨਸਲ ਬਣਾਈ ਹੈ ਜਾਂ? ਇਹ 2 ਗਾਈਆਂ ਹਮੁੱਲ ਲਈਆਂ, ਬਕਾਇਆ ਘਰ ਦੀ। ਠੀਕ ਹੋ ਗਿਆ। ਗਾਈਆਂ ਦੀ ਕੀ ਐਵਰੇਜ ਹੈ ਦੁੱਧ ਦੀ? ਜ਼ਿਆਦਾ ਤੋਂ ਜ਼ਿਆਦਾ ਔਰ ਘੱਟ ਤੋਂ ਘੱਟ? 20-25। ਠੀਕ ਹੈ। ਆਮ ਗਾਈ 15-16 ਕਿਲੋ। ਸਹੀ ਹੋ ਗਿਆ। ਮੱਝਾਂ ਤੁਹਾਡੇ ਕੋਲ ਕਿੰਨੀਆਂ ਨੇ ਔਰ ਕਿਹੜੀ ਨਸਲ ਦੀਆਂ ਨੇ? ਸਾਡੇ ਕੋਲ ਮਈਆਂ ਨੇ ਚੀਚਾ ਵਤਣੀ ਦੀਆਂ ਤੇ ਨੀਲੀ ਰਾਵੀ ਦੀਆਂ ਨੇ। ਠੀਕ ਹੈ। ਤੇ ਮਹੀਂ ਦੀ ਮਕਦਾਰ ਹੁੰਦੀ ਹੈ 10 ਕਿਲੋ ਤੋਂ ਵੱਧ ਨਹੀਂ ਦਿੰਦੀ। ਕੁਝ ਲੋਕ ਤਾਂ ਕਹਿੰਦੇ ਨੇ ਕਿ 18-18 20 ਕਿਲੋ ਦੁੱਧ ਕਰਦੀਆਂ। ਉਹ ਮਈਆਂ ਅੱਛੀ ਨਸਲ ਦੀਆਂ ਹੁੰਦੀਆਂ ਨੇ, ਉਹ ਦਿੰਦੀਆਂ ਨੇ। ਆਮ ਮਹੀਂ ਦੁੱਧ ਨਹੀਂ ਦਿੰਦੀ ਇੰਨਾ। ਠੀਕ ਹੈ। ਤੇ ਤਦਾਦ ਕਿੰਨੀ ਹੈ ਤੁਹਾਡੇ ਕੋਲ ਮੱਝਾਂ ਦੀ? 12 ਮੱਝਾਂ ਨੇ। ਤੇ ਛੋਟੇ ਮੋਟੇ ਜਾ ਪਾ ਕੇ ਤੇ 15-16 ਬਣ ਜਾਂਦੀਆਂ। ਠੀਕ ਹੈ। ਯਾਨੀ ਤੁਹਾਡੇ ਕੋਲ ਇਸ ਟਾਈਮ 25 ਤੋਂ 30 ਜਾਨਵਰ ਹੈ? 25 ਹੈ ਜੀ। ਠੀਕ ਹੈ, 25 ਜਾਨਵਰ। 25 ਜਾਨਵਰਾਂ ਤੇ ਤੁਸੀਂ ਕਿੰਨਾ ਇਹਨਾਂ ਵਾਸਤੇ ਪੱਠਾ ਬੀਜਦੇ ਹੋ? 4 ਕਿਲੋ ਸਟਾਲਾ ਬੀਜਿਆ ਜੀ। ਠੀਕ ਹੈ। ਠੀਕ ਹੈ। ਤੇ ਵਿਗਾ ਕਮਾਦ ਜੇ। ਸਹੀ ਹੈ। ਤੇ ਲੱਖ ਤੋਂ ਉੱਤੇ ਪਰਾਲੀ, 1.5 ਲੱਖ ਦੀ ਪਰਾਲੀ ਖਾ ਗਿਆ ਮਾਲ। ਅੱਛਾ। ਠੀਕ ਹੈ। ਹੁਣ ਅੱਗੋਂ ਹੀ ਤੂੜੀ ਪੈਣੀ। ਸਹੀ ਹੈ। ਪਰਾਲੀ ਲਿਆਉਣੀ ਬੰਦ ਕੀਤੀ, ਹੁਣ ਤੂੜੀ ਪਾਣੀ ਕਰਨੀ। ਇਹਨਾਂ 25 ਵਿੱਚ ਗਾਈਆਂ ਔਰ ਮੱਝਾਂ ਕਿੰਨੀਆਂ ਲੈ ਰਹੀਆਂ ਨੇ? ਸਾਰਾ ਮਾਲ ਹੀ ਲੈ। ਮਾਸ਼ਾਅੱਲਾ। ਤੇ ਦੁੱਧ ਕਿੰਨਾ ਕੁ ਜਾਂਦਾ ਤੁਹਾਡਾ ਦੋ ਟਾਈਮਾਂ ਦਾ? ਕੋਈ 3 ਮਣ। 3 ਮਣ ਦੁੱਧ ਹੋ ਜਾਂਦਾ। ਤੁਸੀਂ ਦੱਸ ਰਹੇ ਹੋ ਆਫ ਕੈਮਰਾ ਕਿ ਮੇਰੀ ਆਪਣੀ ਵੀ ਸ਼ਾਪ ਹੈ। ਸ਼ਾਪ ਕਿੱਥੇ ਵੇ ਤੁਹਾਡੀ? ਕੱਚੇ ਸ਼ਾਹਪੁਰ। ਤੇ ਦੁੱਧ ਆਪ ਹੀ ਵੇਚਦੇ ਹੋ ਜਾ ਕੇ ਉੱਥੇ? ਠੀਕ ਹੈ। ਉਹ ਮੈਨੇਜ ਕਰ ਲੈਂਦੇ ਹੋ, ਡੰਗਰ ਵੀ ਨਾਲ ਸੰਭਾਲਦੇ ਹੋ, ਦੁੱਧ ਵੀ ਆਪ ਹੀ ਵੇਚਦੇ ਹੋ? ਤੇ 2 ਟਾਈਮ ਦੁੱਧ ਖੜਦੇ ਹੋ? 2 ਟਾਈਮ ਦੁੱਧ ਖੜੀ। ਅੱਛਾ। ਬੜੇ ਸਾਰੇ ਲੋਕ ਜਿਹੜੇ ਨੇ ਉਹ ਦੁੱਧ ਦਾ ਕਾਰੋਬਾਰ ਕਰਦੇ ਨੇ ਲੇਕਿਨ ਆਪ ਹੀ ਨਹੀਂ ਵੇਚਦੇ। ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਆਪ ਹੀ ਵੇਚਣ 'ਚ ਜ਼ਿਆਦਾ ਫਾਇਦਾ ਹੈ ਜਾਂ ਦੁੱਧੀਆਂ ਦੇਣ 'ਚ ਫਾਇਦਾ? ਆਪ ਹੀ ਵੇਚਣ 'ਚ ਫਾਇਦਾ ਹੈ। ਤੇ ਆਪ ਹੀ ਤੁਸੀਂ ਕਿਸ ਤਰ੍ਹਾਂ ਮੈਨੇਜ ਕਰ ਲੈਂਦੇ ਹੋ? ਇੱਥੇ ਨਾਲ ਨੌਕਰ ਰੱਖਿਆ? ਨੌਕਰ ਰੱਖਿਆ ਨਾਲ। ਕਿੰਨੇ ਬੰਦੇ ਰੱਖਿਆ? 1 ਬੰਦਾ ਰੱਖਿਆ। ਨਾਲ ਆਪ ਹੀ ਕਰਦੇ? ਆਪ ਹੀ ਨਾਲ ਕਰ। ਤੇ ਦੁਕਾਨ ਤੇ ਕਿਹੜੇ ਟਾਈਮ ਜਾਂਦੇ ਹੋ ਤੇ ਇੱਥੇ ਕਿਹੜੇ ਟਾਈਮ ਰਹਿੰਦੇ ਹੋ? ਸੁਬਾਹ ਜਾਈਦਾ 7 ਵਜੇ ਖੋਲੀ ਦੀ, 10 ਵਜੇ ਤੱਕ ਉੱਥੇ ਰਹੀਦਾ, ਫਿਰ ਵਾਪਸ ਆ ਜਾਈਦਾ। ਆ ਕੇ ਤੇ ਨਾਲ ਪੱਠੇ ਵੱਢੀ ਦੇ ਮੁਲਾਜ਼ਮ ਦੇ ਨਾਲ। ਫਿਰ ਸ਼ਾਮੀ 4 ਵਜੇ ਚੁਆਈ ਕਰਨੀ, 5:30 ਪੌਣੇ 6 ਦੁਕਾਨੇ ਟੁਰ ਜਾਣਾ, 9 9:30 10 ਵਾਪਸ ਆ ਜਾਈਦਾ। ਉਹ ਤੁਹਾਡੇ ਪਿੱਛੋਂ ਫਿਰ ਡੰਗਰਾਂ ਦਾ ਰਖਵਾਲੀ ਉਹ ਕਰਦਾ? ਹਾਂ, ਫਿਰ ਵਾਪਸੀ ਡੇਰੇ ਤੇ ਆ। ਠੀਕ। ਹੋਰ ਘਰ ਦਾ ਕੋਈ ਫਰਦ ਨਹੀਂ ਇਹਦੇ ਵਿੱਚ ਸ਼ਾਮਲ? ਨਹੀਂ, ਹੋਰ ਕੋਈ। ਠੀਕ ਹੋ ਗਿਆ। ਅੱਛਾ, ਤੁਸੀਂ ਬੜੀ ਜ਼ਬਰਦਸਤ ਗੱਲ ਦੱਸੀ ਹੈ ਕਿ ਤੁਸੀਂ ਆਪ ਹੀ ਦੁਕਾਨ ਤੇ ਜਿਹੜਾ ਨਾ ਸਾਰਾ ਕਰ ਰਹੇ ਹੋ ਕੰਮ। ਤੇ 3 ਮਣ ਜਿਹੜਾ ਦੁੱਧ ਹੈ ਉਹ ਸਿਰਫ ਦੁੱਧ ਕਰਕੇ ਵੇਚਦੇ ਹੋ, ਨਾਲ ਦਹੀਂ ਸ਼ਹੀਂ ਬਣਾ ਕੇ ਵੇਚਦੇ? ਦਹੀਂ ਵਿੱਚ। ਤੁਹਾਡਾ ਦੁੱਧ ਸ਼ਹਿਰ ਕਿਹੜੇ ਰੇਟ ਤੋਂ ਵਿਕਦਾ ਪਿਆ? 100 ਰੁਪਏ।
ਵੱਧ ਨਹੀਂ ਕਿਉਂਕਿ ਤੁਸੀਂ ਹਾਲਸ ਵੇਚਣ ਦੇ ਹੋ ਆਪਣਾ ਘਰ। ਲੋਕੀ ਆਂਦੇ ਨੇ ਜੀ ਰੇਟ ਹੋਈਏਗੀ। ਅੱਛਾ ਠੀਕ ਹੈ, ਜਦੋਂ ਗਵਰਨਮੈਂਟ ਦਾ ਰੇਟ 90 ਰੁਪਏ ਤੁਸੀਂ ਕਿਉਂ ਵੇਚਦੇ ਹੋ? ਅਸੀਂ ਉਹਨਾਂ ਨੂੰ ਆਨੇ ਸਾਡਾ ਦੁੱਧ ਅੱਛਾ ਆਪਣਾ ਜ਼ਾਤੀ ਹੈ ਤੇ ਅਸੀਂ ਤਾਂ 100 ਵੇਚਦੇ। ਵੈਸੇ ਸ਼ਹਿਰ ਦੇ ਵਿੱਚ ਤੇ 120 ਰੁਪਏ ਰੇਟ ਹੈ ਭਾਈ ਜੀ। ਨਹੀਂ, ਗਵਰਨਮੈਂਟ ਦਾ ਰੇਟ 90 ਰੁਪਏ। ਠੀਕ ਹੋ ਗਿਆ। ਤੇ ਤੁਹਾਡਾ ਮਾਸ਼ਾਅੱਲਾ 3 ਮਣ ਦੁੱਧ ਹੈ। ਹਾਂਜੀ। ਉਹ ਕਿੰਨੇ ਦਾ ਵਿਕ ਗਿਆ ਤੁਹਾਡਾ ਡੇਲੀ ਦਾ? ਜੇ 2.5 ਮਣ ਹੋਏ ਤੇ 10,000 ਦਾ। ਅੱਛਾ। ਤੇ ਉੱਤੇ ਟੁਰ ਜੋ 2,000 ਦਾ ਲਾ ਲਓ, ਯਾਨੀ 12,000 ਰੁਪਏ ਦਾ ਤੁਹਾਡਾ ਸੇਲ ਤੁਹਾਡੀ ਹੋਈ ਜਾਂਦੀ ਹੈ। ਉਸ 12,000 ਚ ਤੁਸੀਂ ਡੰਗਰਾਂ ਤੇ ਕੀ ਲਾਉਂਦੇ ਹੋ? ਡੰਗਰਾਂ ਦੇ 4,000 ਦਾ ਵੰਡਾ ਜੀ। ਅੱਛਾ ਠੀਕ ਹੈ। ਡੇਲੀ ਵੰਡਾ ਖਾ ਛੱਡਦੀਆਂ ਨੇ? 4,000 ਦਾ ਵੰਡਾ ਖਾਈ ਜਾਂਦੇ। ਇਹ ਸਾਰਾ ਕਾਟੂ ਮਾਲ ਵੀ ਜਿਹੜਾ ਵੇ ਛੋਟਾ ਵੇ ਸਾਰੇ ਨੂੰ? ਹਾਂ 4,000 ਦਾ। ਐ ਤੇ ਨਹੀਂ ਕਰਦੇ ਕਿ ਸਿਰਫ ਦੁੱਧ ਦੇਣ ਵਾਲੀ ਨਾ ਵੰਡਾ ਪਾਉਂਦੇ? ਸਾਰੇ ਮਾਲ ਨੂੰ ਪਾਈ ਦੇ। ਬੜੀ ਅੱਛੀ ਗੱਲ ਹੈ, ਜ਼ਿੰਦਾਬਾਦ। ਤੇ ਵੰਡੇ ਚ ਕੀ ਪਾਉਂਦੇ ਫਿਰ? ਖਾਲ ਆਸਟ੍ਰੇਲੀਅਨ ਵੰਡਾ ਪਾਈ ਦਾ। ਅੱਛਾ ਠੀਕ। ਆਸਟ੍ਰੇਲੀਅਨ ਵੰਡਾ ਜਿਹੜਾ ਬਾਜ਼ਾਰੀ ਹੈ ਬਣਿਆ? ਬਾਜ਼ਾਰੀ ਬਣਿਆ। ਉਹਦਾ ਕੀ ਰਿਜ਼ਲਟ ਹੈ? ਠੀਕ ਅੱਛਾ ਹੈ। ਕੰਪਨੀ ਦਾ ਨਾਮ? ਕੰਪਨੀ ਦਾ ਨਾਂ ਉੱਤੇ ਲਿਖਿਆ ਆਸਟ੍ਰੇਲੀਅਨ। ਬਸ ਆਸਟ੍ਰੇਲੀਅਨ ਲਿਖਿਆ। ਬਣਦਾ ਪਾਕਿਸਤਾਨ ਚ ਪਿਆ? ਫਾਰਮੂਲਾ ਆਸਟ੍ਰੇਲੀਅਨ ਹੋਣਾ। ਅੱਛਾ, ਉਹਦਾ ਕੀ ਰਿਜ਼ਲਟ ਹੈ? ਅੱਛਾ, ਉਹਦੇ ਨਾਲ ਦੁੱਧ ਦਿੰਦੀਆਂ ਨੇ ਜਾਂ? ਚੌਖਰ ਤੇ ਖੌਰ ਲਾ ਕੇ ਪਾਈਏ ਤੇ ਫੇਰ ਪਿਆ ਮਾਲ ਖਾਂਦਾ। ਖਲ ਨਹੀਂ ਖਾਂਦੇ, ਖਲ ਦੇ ਵਿੱਚ 2 ਨੰਬਰੀ। ਅੱਛਾ ਠੀਕ ਹੈ। ਯਾਨੀ ਜਿਹੜੀ ਖਲ ਹੁਣ ਆ ਰਹੀ ਹੈ ਤੁਹਾਡੀ ਨਜ਼ਰ 'ਚ 1 ਨੰਬਰ ਨਹੀਂ ਹੈ? ਨਹੀਂ ਆ ਰਹੀ। ਤੇ ਉਹ ਜਾਨਵਰ ਨਹੀਂ ਖਾਂਦਾ ਕਿਉਂਕਿ ਜਾਨਵਰ ਤੋਂ ਪਤਾ ਚੱਲ ਜਾਂਦਾ। ਪਤਾ ਚੱਲ ਜਾਂਦਾ। ਠੀਕ ਹੈ, ਜ਼ਿੰਦਾਬਾਦ। ਵੰਡੇ ਤੁਸੀਂ ਦੱਸਿਆ ਕਿ ਤੁਸੀਂ ਆਸਟ੍ਰੇਲੀਅਨ ਵੰਡਾ ਪਾ ਰਹੇ ਹੋ, ਨਾਲ ਥੋੜਾ ਚੋਕਰ ਪਾ ਰਹੇ ਹੋ। ਇਸ ਤੋਂ ਇਲਾਵਾ ਤੇ ਨਹੀਂ ਕੁਝ ਪਾਉਂਦੇ? ਰੋਟੀਆਂ ਜਾਂ ਕਣਕ? ਨਹੀਂ ਨਹੀਂ, ਰੋਟੀ ਨਹੀਂ ਪਾਈਦੀ। ਗਰਮੀਆਂ ਦੇ ਵਿੱਚ ਕੌੜੀ ਖਲ। ਠੀਕ ਹੈ। ਤੇ ਕਣਕ ਦਲਾ ਕੇ। ਠੀਕ ਹੋ ਗਿਆ। 4,000 ਤੁਹਾਡਾ ਆ ਗਿਆ ਵੰਡੇ ਤੇ ਖਰਚ। ਇਸ ਤੋਂ ਇਲਾਵਾ ਕਿਹੜਾ ਖਰਚ ਹੈ? ਇਸ ਤੋਂ ਇਲਾਵਾ ਨੌਕਰ ਦੀ ਤਨਖਾਹ। ਕਿੰਨੀ? 20,000। ਅੱਛਾ, 15,000 ਨਹੀਂ ਇੱਥੇ ਆਮ ਚੱਲਦਾ? 20,000 ਰੁਪਏ। ਨੌਕਰ ਕਿੱਥੋਂ ਮੰਗਾਇਆ? ਇਹ ਬੂਰੇ ਵਿਹਾੜੀ ਦਾ। ਤੇ 20,000 ਤੋਂ ਇਲਾਵਾ ਵੀ ਖਰਚਾ ਉਹਦਾ ਕੋਈ? ਹੋਰ ਉਹਦਾ ਖਰਚਾ ਕੋਈ ਨਹੀਂ, ਉਹਨਾਂ ਕੋਈ ਨਹੀਂ ਅਲਾ ਮਾਫੀ ਦੇ। ਯਾਨੀ ਤੁਸੀਂ ਨਹੀਂ ਸਮਝਦੇ ਉਹ ਰੋਟੀ ਛੋਟੀ ਦੇਣਾ ਉਹਨੂੰ? ਨਹੀਂ ਨਹੀਂ ਸਮਝ। ਜ਼ਿੰਦਾਬਾਦ, ਬੜੀ ਅੱਛੀ ਗੱਲ ਹੈ। ਤੇ ਵਿੱਚ 20,000 ਮਹੀਨੇ ਦਾ ਤੇ ਇਹ ਖਰਚਾ ਆ ਗਿਆ ਨਾ? ਉਹ ਹੋਰ ਕੋਈ ਖਰਚਾ। ਠੀਕ ਹੋ ਗਿਆ। ਬਿੱਲ ਬੜਾ ਮਹਿੰਗਾ ਹੋ ਗਿਆ। ਬਿੱਲ ਡੇਰੇ ਦਾ 4,000 5,000 ਡੇਰੇ ਦਾ ਬਿੱਲ ਆਉਂਦਾ। ਤੇ ਚਲਾਉਂਦੇ ਸਿਰਫ ਤੁਸੀਂ ਟੋਕਾ ਸ਼ੋਕਾ ਹੀ ਬਸ? ਟੋਕਾ ਤੇ ਜਾਂ ਪੱਖੇ ਚੱਲਦੇ ਬਸ। ਠੀਕ ਹੋ ਗਿਆ। ਯਾਨੀ ਤੁਸੀਂ ਸਮਝ ਰਹੇ ਹੋ ਕਿ ਤੁਹਾਡਾ ਦਿਹਾੜੀ ਦਾ ਅਗਰ 10,000 ਦਾ ਦੁੱਧ ਵਿਕ ਰਿਹਾ ਹੈ ਤੇ ਤੁਹਾਡਾ ਕੋਈ 5-6,000 ਇਸ ਟਾਈਮ ਡੰਗਰਾਂ ਤੇ ਲੱਗ ਰਿਹਾ? 6,000 7,000 ਪੱਕਾ ਲੱਗਦਾ। ਅੱਛਾ। ਹਾਂਜੀ, ਜੇ ਪਰਾਲੀ ਲਿਆ ਕੇ ਕੰਡੇ ਤੋਂ ਪਾਈਏ ਤਾਂ ਫੇਰ ਪੂਰ ਵੀ ਨਹੀਂ ਹੁੰਦੇ, ਫਿਰ ਪੱਲਿਓਂ ਕੋ 1000 ਤੋਂ ਪੈਂਦਾ ਜੀ। ਓਵਰਆਲ ਤੁਸੀਂ ਇਸ ਕੰਮ ਨੂੰ ਕਿਸ ਤਰ੍ਹਾਂ ਦਾ ਸਮਝਦੇ ਹੋ? ਅੱਛਾ ਹੈ ਜਾਂ ਬੁਰਾ ਹੈ? ਇਹ ਨਹੀਂ ਅੱਛਾ। ਨਹੀਂ, ਤੁਸੀਂ ਕੰਮ ਕਰਦੇ ਵੀ ਹੋ ਪਏ ਤੇ ਫੇਰ ਵੀ ਕਹਿੰਦੇ ਨਹੀਂ ਅੱਛਾ। ਇਹਦੇ 'ਚ ਕੁਝ ਲੱਭਤ ਨਹੀਂ। ਪਹਿਲੇ ਆਇਆ ਸੀ? ਪਹਿਲਾਂ ਆਇਆ ਸੀ। ਜੇ 3 ਲੱਖ ਦੀ ਮਹੀਂ ਹੋ ਗਈ ਹੈ, ਅੱਲਾ ਨਾ ਕਰਿਓ ਵਨ ਨਾ ਲੱਗੇ, ਪਿੱਛੇ ਤੇ ਰਹਿ ਗਈ 70,000 ਦੀ। ਠੀਕ ਹੈ। ਯਾਨੀ ਤੁਸੀਂ ਹੁਣ ਸਮਝਦੇ ਪਏ ਕਿ ਅਸੀਂ ਮਜਬੂਰੀ ਦੇ ਤਹਿਤ ਕੰਮ ਕਰ ਰਹੇ? ਮਜਬੂਰੀ ਦੀ ਤਹਿਤ ਬਸ, ਹੋਰ ਕੋਈ ਨਹੀਂ। ਇਹਦੇ 'ਚ ਲੱਭਤ ਕੋਈ ਨਹੀਂ ਰਹਿ ਗਈ। ਨਹੀਂ, ਮੈਂ ਤੁਹਾਨੂੰ ਪੁੱਛਣਾ ਚਾਹ ਰਿਹਾ ਕਿ ਤੁਸੀਂ ਦੱਸਿਓ ਕਿ 3 ਮਣ ਦੁੱਧ ਹੁੰਦਾ ਹੈ, 12,000 ਤੇ ਉਹ ਮਿਲ ਗਿਆ ਨਾ, 7-8,000 ਤੁਹਾਡਾ ਖਰਚਾ ਆਈ ਜਾਂਦਾ। ਚਲੋ 8,000 ਵੀ ਲਾ ਲਓ, ਫੇਰ ਵੀ ਕੋਈ 4,000 ਬਚ ਹੀ ਜਾਂਦਾ। ਤੇ ਭਾਜੀ ਹੋਰ ਇਹਨਾਂ ਦੇ ਉਤਲਾ, ਇਹਨਾਂ ਨੂੰ ਲੂਣ ਮਸਾਲਾ ਕਿੱਥੋਂ ਦੇਣਾ ਜੀ? ਡਾਕਟਰ ਨੂੰ ਪੈਸੇ ਦੇਣੇ ਹੁੰਦੇ ਨੇ 500। ਇਹ ਆਮ ਟੀਕਾ ਲਾਉਣ ਹੁੰਦਾ ਡਾਕਟਰ ਨਸ਼ਾ ਕਸ਼ੀ ਦਾ, ਉਹ 1000 ਲਾਈਏ ਦਾ। ਅੱਛਾ। ਹਾਂਜੀ। ਤੇ ਗਵਰਨਮੈਂਟ ਦਾ ਹਸਪਤਾਲ ਨਹੀਂ ਇੱਥੇ? ਨਹੀਂ, ਤੇ ਗਵਰਨਮੈਂਟ ਦਾ ਹੈ ਤਾਂ ਉੱਥੇ ਹਸਪਤਾਲ ਫੜ ਕੇ ਕਿਹੜਾ ਇੱਕ ਮੈਂ ਫੜ ਕੇ ਬੰਦਾ ਸਾਰੀ ਦਿਹਾੜੀ ਟੁਰਿਆ ਰੇ। ਠੀਕ ਹੈ। ਹੋਰ ਕਿਹੜੇ ਮਸਾਇਲ ਦਾ ਤੁਹਾਨੂੰ ਇਸ ਟਾਈਮ ਸਾਹਮਣਾ ਜਿਹੜਾ ਤੁਸੀਂ ਆਵਾਮ ਨਾਲ ਸ਼ੇਅਰ ਕਰਨਾ ਚਾਹੋ? ਹੋਰ ਕਿਸੇ ਚੀਜ਼ ਸਿਰਫ ਅਸੀਂ ਇਸ ਚੀਜ਼ ਤੇ ਐਗਰੀ ਆ, ਜਿਹੜੀ ਮਹਿੰਗਾਈ ਹੋ ਗਈ ਹੈ, ਮਹਿੰਗਾਈ ਨੇ ਸਮਝ ਨਹੀਂ ਆਉਣ ਦਿੰਦੀ ਲੋਕਾਂ ਨੂੰ। ਨਹੀਂ ਪਛਾਣ ਇਹ ਚੀਜ਼ ਅੱਛੀ ਵੇਚਦਾ ਜਾਂ ਬੁਰੀ ਵੇਚਦਾ, ਲੋਕਾਂ ਨੂੰ ਪਛਾਣ ਨਹੀਂ। ਠੀਕ ਹੋ ਗਿਆ, ਸਹੀ ਹੈ। ਅੱਛਾ, ਹੁਣ ਇਹ ਦੱਸੋਗੇ ਜਦੋਂ ਤੁਸੀਂ ਇਹ ਡੇਰਾ ਬਣਾਇਆ ਮਾਸ਼ਾਅੱਲਾ, ਹਾਂਜੀ, ਇਹ ਕਿੰਨੀ ਦੇਰ ਪਹਿਲੇ ਬਣਾਇਆ ਹਜੇ? ਇਹ ਪਹਿਲਾਂ ਉਹ ਮੇਰੇ ਬਜ਼ੁਰਗਾਂ ਦੇ ਹੱਥਾਂ ਦਾ ਪਹਿਲਾ ਥਾਂ ਬਣਿਆ। ਠੀਕ, ਉਹ ਜਿਹੜਾ ਪਿੱਛੇ ਨਜ਼ਰ ਆ ਰਿਹਾ ਪਿੱਛੇ, ਇਹ ਹਾਂ ਮੇਰੇ ਭਾਈ ਨੇ ਸਊਦੀਆ। ਠੀਕ ਹੈ। ਤੇ ਇਹ ਉਹਨਾਂ ਦੀ ਮਿਹਰਬਾਨੀ ਹੈ। ਸਹੀ ਹੈ। ਠੀਕ ਹੈ। ਹੋਰ ਜੇ ਬੰਦਾ ਆਖੇ ਡੰਗਰਾਂ ਦੇ ਉੱਤੋਂ ਆ ਕੇ ਕੋਠੇ ਡੇਰੇ ਡੂਰੇ ਬਣ ਜਾਂ ਤੋਂ ਨਹੀਂ ਬਣਦੇ। ਇਹ ਤਾਂ ਸਿਰਫ ਇੱਕ ਪਿਓ ਦਾਦੇ ਦਾ ਨਾਂ ਬਾਦ ਰੱਖਿਆ। ਉਹਨੇ ਦੱਸੋ ਕਿ ਇਹ ਡੇਰਾ ਤੁਸੀਂ ਜਿਹੜਾ ਬਣਾਇਆ ਵੇ ਇਹ 2 ਸਾਲ ਪਹਿਲੇ ਬਣਾਇਆ? ਆਹੋ, ਇਹ 2 ਸਾਲ ਪਹਿਲਾਂ ਬਣਿਆ। ਤੇ ਇਹਦੇ ਤੇ ਤੁਹਾਡਾ ਕਿੰਨਾ ਖਰਚਾ ਆ ਗਿਆ? 10-12 ਲੱਖ ਆ। ਕਿੰਨੀ ਜਗ੍ਹਾ ਤੁਸੀਂ ਵਲੀ ਹੈ? ਇਹ ਥਾਂ ਡੇਰੇ ਵਾਲਾ ਸਾਰਾ 2 ਕਨਾਲਾ। ਇਹਦੇ ਚ ਕਿੰਨੇ ਡੰਗਰ ਪਹੁੰਚਾ ਸਕਦੇ ਹੋ? ਇਹਦੇ ਚ ਕੋਈ ਅੱਲਾ ਦੀ ਮਿਹਰਬਾਨੀ ਨਾਲ 50 ਹੀ ਪਚ ਜੇ। ਠੀਕ ਹੋ ਗਿਆ। ਤੇ ਤੁਸੀਂ ਕੀ ਮੁਸਤਕਬਲ ਚ ਆਪਣਾ ਕੰਮ ਵਧਾਓਗੇ ਜਾਂ ਮਜ਼ੀਦ ਅੱਗੋਂ ਘਟਾਓਗੇ? ਕੀ ਵਜ੍ਹਾ?
ਸਮਝ ਨਹੀਂ ਆਉਂਦੀ। ਅੱਛਾ, ਹਾਂਜੀ ਲੇਕਿਨ ਹਰ ਬੰਦੇ ਨੇ ਕੁਛ ਨਾ ਕੁਛ ਤਾਂ ਕਰਨਾ ਹੈ ਭਾਈ ਜੀ। ਹੁਣ ਤੇ ਜਿਹੜਾ ਬੰਦਾ ਸ਼ਹਿਰ ਫੈਕਟਰੀ ਜਾਂਦਾ ਉਹ 20-25 ਹਜ਼ਾਰ ਲੈ ਆਉਂਦਾ। ਅੱਛਾ, ਇਹ ਪੱਲਿਓਂ ਮਾਲ ਪੈ ਪੈਂਦਾ ਮਹਿੰਗਾਈ ਦੀ ਵਜ੍ਹਾ ਤੋਂ। ਹਾਂਜੀ, ਅੱਗੂ ਸਾਡੀ ਨਸਲ 'ਚ ਬੰਦਾ ਕੰਮ ਨਹੀਂ ਕਰਦਾ। ਉਹ ਆਂਦੇ ਨੇ ਤੁਹਾਂ ਸਹੇੜਿਆ ਤੁਸੀਂ ਕਰੋ। ਯਾਨੀ ਇਹ ਵੀ ਇੱਕ ਮਸਲਾ ਹੈ। ਹਾਂਜੀ, ਨਵੇਂ ਲੋਕ ਨਹੀਂ ਕਰਨਾ ਚਾਹੁੰਦੇ, ਨਵੀਂ ਅੱਗੂ ਆਉਣ ਵਾਲੀ ਨਸਲ ਨਹੀਂ ਕਰਦੀ। ਲੇਕਿਨ ਜਿਹੜਾ ਇੱਕ ਬੰਦਾ ਕੱਖ ਵੀ ਨਹੀਂ ਕਰ ਸਕਦਾ ਉਹ ਤੇ ਕਰੇਗਾ ਨਾ। ਨਹੀਂ ਕਰੇਗਾ ਨਾ। ਉਸ ਬੰਦੇ ਕੋ ਬਹਿ ਕੇ ਪੱਠੇ ਵੱਡੇ ਜਾਣੇ, ਨਾ ਧਾਰ ਨਿਕਲਣੀ, ਉਹਨੇ ਕੀ ਕਰਨਾ। ਇਸ ਕੰਮ 'ਚ ਫਿਰ ਕਿਸ ਤਰ੍ਹਾਂ ਬਿਹਤਰੀ ਆਏ, ਯਾਨੀ ਕਿਸਾਨ ਕਿਸ ਤਰ੍ਹਾਂ ਬਿਹਤਰੀ ਲੈ ਕੇ ਆਉਣ ਤੇ ਹਕੂਮਤ ਦਾ ਕੀ ਕਿਰਦਾਰ ਹੋਏ ਤਾਂ ਕਿ ਇਹ ਕੰਮ ਜਿਹੜਾ ਚੱਲਦਾ ਰਹੇ? ਹਕੂਮਤ ਦਾ ਇੱਕੋ ਹੀ ਇਹ ਸਿਰਫ ਮਹਿੰਗਾਈ ਘਟਾਉਣ, ਫਿਰ ਕੋਈ ਜ਼ਿਮੀਦਾਰ ਨੂੰ ਸਮਝ ਆਏਗੀ, ਫਿਰ ਮਜ਼ੀਦ ਇਹ ਕੰਮ ਕਰੇਗਾ। ਤੇ ਜ਼ਿਮੀਦਾਰ ਨੂੰ ਸਬਸਿਡੀ ਵੀ ਦੇਵੇ, ਹਾਂਜੀ, ਨਾਲ ਇਸ ਕੰਮ ਦੇ ਵਿੱਚ ਰੇਟ ਸ਼ੇਟ ਵੀ ਦੁੱਧ ਦਾ ਵਧੇ, ਫਿਰ ਰਹਿ ਸਕਦਾ ਮੇਨਟੇਨ, ਫਿਰ ਰਹਿ ਸਕਦਾ। ਠੀਕ ਹੋ ਗਿਆ ਸਰ। ਤੁਸੀਂ ਬੜੀ ਅਹਿਮ ਗੱਲਾਂ ਦੱਸੀਆਂ ਨੇ ਔਰ ਬੜੇ ਦਿਲ ਦਾ ਆਪਣਾ ਗੁਬਾਰ ਕੱਢਿਆ, ਬੜੀ ਜ਼ਬਰਦਸਤ ਤੁਹਾਨੂੰ ਗੱਲ ਦੱਸੀ ਹੈ। ਹੁਣ ਆਖਰੀ ਗੱਲ ਇਹ ਦੱਸੋ ਕਿ ਇਹ ਜਿਹੜਾ ਤੁਹਾਡਾ ਕੰਮ ਹੈ ਤੁਸੀਂ ਇਸ ਟਾਈਮ ਮਜਬੂਰੀ ਦੇ ਤਹਿਤ ਕਰ ਰਹੇ ਹੋ? ਮਜਬੂਰੀ ਦੀ ਤਹਿਤ ਕਰ ਰਹੇ। ਠੀਕ ਹੈ, ਤੇ ਇਸ ਕੰਮ ਨੂੰ ਤੁਸੀਂ ਸਮਝਿਆ ਕਿ ਇਹ ਨਹੀਂ ਕਰਨਾ ਚਾਹੀਦਾ। ਹਾਂਜੀ, ਲੇਕਿਨ ਅਗਰ ਕੋਈ ਕਰਨਾ ਚਾਹੇ ਤੇ ਉਹ ਫਿਰ ਇਹ ਚੀਜ਼ਾਂ ਜਿਹੜੀਆਂ ਨੇ ਸਾਰੀਆਂ ਵਿੱਚ ਲਾਏ, ਵਗਰਨਾ ਇਹ ਕੰਮ ਨਹੀਂ ਚੱਲ ਸਕਦਾ। ਚਲੋ ਠੀਕ ਹੈ। ਜਿਸ ਬੰਦੇ ਨੇ ਹੱਥੀਂ ਆਪੀ ਕੰਮ ਕਰਨਾ ਉਹ ਬੰਦਾ ਇਹ ਕੰਮ ਕਰ ਸਕਦਾ। ਜੇ ਬੰਦਾ ਆਖੇ ਮੈਂ ਮੁਲਾਜ਼ਮਾਂ ਕੋਈ ਕੰਮ ਕਰਵਾਵਾਂ, ਉਹਨੂੰ ਕੁਝ ਨਾ ਲੱਭੇ। ਠੀਕ ਹੋ ਗਿਆ, ਇਹੀ ਗੱਲ ਪੁੱਛਣਾ ਚਾਹ ਰਿਹਾ। ਬਹੁਤ ਸ਼ੁਕਰੀਆ ਸਰ। ਅਸਲਾਮ ਵਾਲੇਕੁਮ।